ਕਰਜ਼ਾ ਮਾਫੀ ਵਾਲੇ ਜਿਹੜੇ ਤੁਹਾਡੇ ਨਵੇਂ ਪਾਰਟਨਰ ਨੇ ਉਹ ਤਾਂ ਪਿਛਲੀ ਵਾਰੀ ਲੋਕਾਂ ਦਾ ਕਹਿਣਾ ਹੈ ਕਿ ਉਹ ਫੇਲ ਹੋ ਗਏ। ਇਹ ਵਾਲੀ ਗੱਲ ਉਹੀ ਲੈ ਕੇ ਆਏ ਆ ਕਰਜ਼ ਮਾਫੀ ਵਾਲੀ ਜਿਹੜੀ ਤੁਸੀਂ ਇਨਕਲੂਡ। ਦੇਖੋ ਭਾਰਤੀ ਜਨਤਾ ਪਾਰਟੀ ਦਾ ਟਰੈਕ ਰਿਕਾਰਡ ਹੈ। ਅਸੀਂ ਜੋ ਸੰਕਲਪ ਪੱਤਰ ਰੱਖਦੇ ਹਾਂ ਸਾਡੇ ਲਈ ਉਹ ਆਰਟੀਕਲ ਆਫ ਫੇਥ ਹੈ। ਚਾਹੇ ਕੇਂਦਰ ਦੀ ਸਰਕਾਰ ਹੋਵੇ ਚਾਹੇ ਸਾਡੀ ਬਾਕੀ ਸੂਬਿਆਂ ਦੀਆਂ ਸਰਕਾਰਾਂ ਹੋਣ, ਅਸੀਂ ਜੋ ਕਿਹਾ ਉਹ ਕੀਤਾ। ਸਾਡੇ ਨਾਲ ਤੇ ਲੜਾਈ ਇਸ ਗੱਲ ਦੀ ਹੁੰਦੀ ਹੈ ਓਪੋਜੀਸ਼ਨ ਪਾਰਟੀਆਂ ਦੀ ਵੀ ਤੁਸੀਂ ਆਹ ਕਰੀ ਕਿਉਂ ਜਾਂਦੇ ਹੋ। ਤੁਹਾਡੇ ਜਿਹੜੇ ਸਹਿਯੋਗੀ ਹੈ ਜਿਸ ਹਿਸਾਬ ਨਾਲ ਤੁਸੀਂ ਲੱਗੇ ਹੋਏ ਉਵੇਂ ਤੁਹਾਨੂੰ ਕੰਪਲੀਮੈਂਟ ਕਰ ਰਹੇ ਹੈ ਜਾਂ ਤੁਹਾਨੂੰ ਨੁਕਸਾਨ ਹੀ? ਕੈਪਟਨ ਸਾਹਿਬ ਦੀ ਇੱਕ ਛਵੀ ਹੈ, ਕੈਪਟਨ ਸਾਹਿਬ ਦੀ ਇੱਕ ਇਮੇਜ ਹੈ, ਇੱਕ ਨੈਸ਼ਨਲਿਸਟ ਲੀਡਰ ਦੀ। ਕੈਪਟਨ ਸਾਹਿਬ ਦੀ ਇੱਕ ਇਮੇਜ ਹੈ ਪੰਜਾਬ ਦੇ ਰਾਖੇ ਦੀ, ਪੰਜਾਬ ਦੇ ਹਿੱਤਾਂ ਦੇ ਰਾਖੇ। ਕਈ ਸਾਰੇ ਮੁੱਦਿਆਂ ਤੇ ਕੈਪਟਨ ਸਾਹਿਬ ਖੜੇ ਹੋਏ, ਪਾਰਟੀ ਦੀ ਲਾਈਨ ਤੋਂ ਉੱਪਰ ਖੜੇ ਹੋਏ। ਸੋ ਕੈਪਟਨ ਸਾਹਿਬ ਦੀ ਉਸ ਇਮੇਜ ਦਾ ਸਾਨੂੰ ਬਹੁਤ ਲਾਭ ਹੋ ਰਿਹਾ। ਇਸੇ ਤਰ੍ਹਾਂ ਢੀਂਡਸਾ ਸਾਹਿਬ ਦੀ ਇੱਕ ਕਮਿਟਮੈਂਟ ਰਹੀ ਹੈ, ਉਹਨਾਂ ਦੀ ਇੱਕ ਛਵੀ ਹੈ। ਇਸ ਪ੍ਰਕਾਰ ਪੰਥਕ ਇਸ਼ੂਜ਼ ਨੂੰ ਲੈ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਲਗਾਈ। ਇਹ ਜਿਹੜਾ ਸਾਡਾ ਗੱਠਜੋੜ ਹੈ ਇੱਕ ਬੜਾ ਵਿਨਿੰਗ ਕੰਬੀਨੇਸ਼ਨ ਬਣਿਆ ਹੈ। ਬੀਜੇਪੀ ਨੇ ਅੱਜ ਪੇਂਡੂ ਖੇਤਰਾਂ ਦੇ ਲਈ ਸੰਕਲਪ ਪੱਤਰ ਜਿਹੜਾ ਹੈ ਜਾਰੀ ਕੀਤਾ। ਮੈਨੀਫੈਸਟੋ ਕਿਹਾ ਜਾ ਰਿਹਾ ਹੈ ਕਿ ਫਿਰ ਅੱਗੇ ਆਏਗਾ, ਪਰ 1 ਬਾਏ 1 ਕਰਕੇ ਇਹ ਜਿਹੜਾ ਹੈ 3 ਗੇੜ ਵਿੱਚ ਲੈ ਗਏ ਨੇ ਆਪਣੇ ਵਾਅਦਿਆਂ ਨੂੰ, ਮੈਨੀਫੈਸਟੋ ਨੂੰ ਜਾਂ ਫਿਰ ਸੰਕਲਪ ਨੂੰ। ਸਾਡੇ ਨਾਲ ਪਾਰਟੀ ਦੇ ਜਨਰਲ ਸੈਕਟਰੀ ਤੇ ਸੀਨੀਅਰ ਆਗੂ ਸੁਭਾਸ਼ ਸ਼ਰਮਾ ਮੌਜੂਦ ਨੇ। ਸੁਭਾਸ਼ ਜੀ ਸਵਾਗਤ ਹੈ। ਥੈਂਕ ਯੂ। ਸੁਭਾਸ਼ ਜੀ, ਇਹ ਪੇਂਡੂ ਖੇਤਰਾਂ ਲਈ ਤੁਸੀਂ ਵਕਤ ਤੋਂ ਕਿਉਂ ਲੈ ਕੇ ਆਏ ਹੋ ਜਿਹੜਾ ਆਪਣਾ ਚੋਣ ਸੰਕਲਪ ਹੈ ਕਿ ਜਿਹੜਾ ਮਤਲਬ ਅੰਦੋਲਨ ਦਾ ਜਾਂ ਸੇਕ ਲੱਗਿਆ ਸੀ ਉਸ ਵਜ੍ਹਾ ਕਰਕੇ ਪੇਂਡੂ ਖੇਤਰਾਂ ਨੂੰ ਅਲੱਗ ਤੋਂ ਟਾਰਗੇਟ ਕੀਤਾ ਜਾਵੇ? ਨਹੀਂ, ਬਿਲਕੁਲ ਐਸਾ ਨਹੀਂ ਹੈ। ਸਾਡੀ ਸਰਕਾਰ ਦੀ, ਸਾਡੀ ਪਾਰਟੀ ਦੀ ਪ੍ਰਾਥਮਿਕਤਾ ਹਮੇਸ਼ਾ ਤੋਂ ਹੀ ਪਿੰਡਾਂ ਦਾ ਵਿਕਾਸ, ਕਿਸਾਨ ਰਹੇ ਹੈ। ਤੁਸੀਂ ਦੇਖੋ ਨਰਿੰਦਰ ਮੋਦੀ ਜੀ ਨੇ ਪਿਛਲੇ 7 ਸਾਲਾਂ 'ਚ ਹਰ ਸਾਲ ਸਾਡੇ ਬਜਟ 'ਚ ਪੇਂਡੂ ਖੇਤਰਾਂ ਲਈ ਐਲੋਕੇਸ਼ਨ ਵਧ ਰਹੀ ਹੈ। ਹਰ ਸਾਲ ਸਾਡੇ ਬਜਟ 'ਚ ਖੇਤੀਬਾੜੀ ਲਈ ਐਲੋਕੇਸ਼ਨ ਵਧ ਰਹੀ ਹੈ। ਹਰ ਸਾਲ ਸਾਡੇ ਬਜਟ 'ਚ MSP ਸਰਕਾਰੀ ਖਰੀਦ ਲਈ ਐਲੋਕੇਸ਼ਨ ਵਧ ਰਹੀ ਹੈ। ਇਹ ਸਾਡਾ ਸਿਧਾਂਤ ਹੈ, ਇਹ ਸਾਡੀ ਨੀਤੀ ਹੈ, ਇਹ ਸਾਡੀ ਕਮਿਟਮੈਂਟ ਹੈ। ਇਸ ਕਰਕੇ ਪੰਜਾਬ 'ਚ ਵੀ ਸਾਨੂੰ ਇਹ ਲੱਗਿਆ ਕਿ ਪੰਜਾਬ, ਕਿਉਂਕਿ ਪੰਜਾਬ ਦੀ ਆਰਥਿਕਤਾ ਬਹੁਤ ਵੱਡੀ ਪੱਧਰ 'ਤੇ ਖੇਤੀਬਾੜੀ 'ਤੇ ਔਰ ਪਿੰਡਾਂ 'ਤੇ ਨਿਰਭਰ ਕਰਦੀ ਹੈ। ਸੋ ਪੰਜਾਬ ਦੇ ਪੇਂਡੂ ਖੇਤਰਾਂ ਲਈ ਸਾਨੂੰ ਅਲੱਗ ਤੋਂ ਆਪਣਾ ਵਿਜ਼ਨ ਜਿਹੜਾ ਉਹ ਰੱਖਣਾ ਚਾਹੀਦਾ ਹੈ। ਇਸ ਸੋਚ ਨੂੰ ਲੈ ਕੇ ਅਸੀਂ ਆਪਣੇ 11 ਸੰਕਲਪ ਅੱਜ ਪੇਂਡੂ ਖੇਤਰਾਂ ਲਈ ਪ੍ਰਗਟ ਕੀਤੇ ਹੈ ਔਰ ਇਹਦੇ 'ਚ ਅਸੀਂ ਵਿਸ਼ੇਸ਼ ਰੂਪ ਨਾਲ ਖੇਤੀਬਾੜੀ ਨੂੰ ਕਿਵੇਂ ਉન્નਤ ਕੀਤਾ ਜਾਏ, ਕਿਸਾਨਾਂ ਨੂੰ ਕਿਵੇਂ ਖੁਸ਼ਹਾਲ ਕੀਤਾ ਜਾਵੇ, ਕਿਵੇਂ ਕਰਜ਼ੇ ਤੋਂ ਉਹਨਾਂ ਨੂੰ ਮੁਕਤੀ ਮਿਲੇ, ਕਿਵੇਂ ਉਹਨਾਂ ਦੀ ਆਮਦਨੀ ਵਧਾਉਣ ਲਈ ਅਸੀਂ ਸਹਾਇਕ ਧੰਦਿਆਂ ਨੂੰ ਪ੍ਰੋਤਸਾਹਿਤ ਕਰੀਏ। ਔਰ ਕਿਉਂਕਿ ਅਸੀਂ ਜਾਣਦੇ ਹਾਂ ਕਿ ਸਿਰਫ ਇਕੱਲੀ ਖੇਤੀਬਾੜੀ ਜਾਂ ਸਹਾਇਕ ਧੰਦਿਆਂ ਨਾਲ ਹੀ ਪੇਂਡੂ ਅਰਥ ਵਿਵਸਥਾ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ। ਉਹਦੇ ਲਈ ਸਾਨੂੰ ਪੇਂਡੂ ਖੇਤਰਾਂ ਦੇ ਅੰਦਰ ਉਦਯੋਗਾਂ ਨੂੰ ਵੀ ਸਥਾਪਿਤ ਕਰਨ ਦੀ ਲੋੜ ਹੈ ਤਾਂ ਕਿ ਸਾਡੇ ਜਿਹੜੇ ਨੌਜਵਾਨ ਨੇ, ਜਿਹੜੇ ਪੜ੍ਹ ਲਿਖ ਰਹੇ ਨੇ, ਉਹਨਾਂ ਨੂੰ ਸ਼ਹਿਰਾਂ 'ਚ ਜਾਂ ਵੱਡੇ ਮਹਾਨਗਰਾਂ 'ਚ ਨਾ ਜਾਣਾ ਪਵੇ, ਉਹਨਾਂ ਨੂੰ ਆਪਣੇ ਪਿੰਡ 'ਚ, ਆਪਣੇ ਘਰ 'ਚ ਰਹਿ ਕੇ ਰੁਜ਼ਗਾਰ ਮਿਲ ਸਕੇ। ਉਹਦੇ ਲਈ ਅਸੀਂ ਪੇਂਡੂ ਖੇਤਰਾਂ 'ਚ ਕਿਵੇਂ ਉਦਯੋਗ ਧੰਦੇ ਵਧਣ, ਕਿਵੇਂ MSME ਸੈਕਟਰ ਜਿਹੜਾ ਸਾਡਾ ਉਹ ਪਿੰਡਾਂ 'ਚ ਜਾ ਕੇ ਇਨਵੈਸਟਮੈਂਟ ਕਰੇ। ਉਹਦੇ ਲਈ ਅਸੀਂ ਕਲਸਟਰ ਫ੍ਰੀ ਟੈਕਸ ਦੀ ਜ਼ੋਨ ਦੀ ਵੀ, ਟੈਕਸ ਫ੍ਰੀ ਕਲਸਟਰ ਦੀ ਵੀ ਗੱਲ ਕੀਤੀ ਹੈ। ਉਹਦੇ ਲਈ ਅਸੀਂ MSME ਸੈਕਟਰ ਨੂੰ ਸਬਸਿਡੀ ਦੇ ਉੱਤੇ ਲੋਨ ਦੇਣ ਦੀ ਵੀ ਗੱਲ ਕੀਤੀ ਹੈ। ਉਹਦੇ ਲਈ ਅਸੀਂ ਸਕਿਲਡ ਲੇਬਰ ਪਿੰਡਾਂ 'ਚ ਮਿਲੇ ਸਾਡੇ ਉਦਯੋਗਾਂ ਨੂੰ, ਉਹਦੇ ਲਈ ਸਕਿਲ ਡਿਵੈਲਪਮੈਂਟ ਸੈਂਟਰ ਬਣਾਉਣ ਦੀ ਵੀ ਗੱਲ ਅਸੀਂ ਆਪਣੇ ਸੰਕਲਪ ਪੱਤਰ 'ਚ ਕੀਤੀ ਹੈ। ਔਰ ਕਿਉਂਕਿ ਜਦੋਂ ਸਹਾਇਕ ਧੰਦੇ ਵਧਣਗੇ, ਜਦੋਂ ਖੇਤੀਬਾੜੀ ਵਧੇਗੀ, ਪੇਂਡੂ ਉਦਯੋਗ ਵਧਣਗੇ, ਉਹਦੇ ਲਈ ਇੱਕ ਬਹੁਤ ਜ਼ਰੂਰੀ ਕੰਮ ਹੈ ਕਿ ਪਿੰਡਾਂ ਦਾ ਇਨਫਰਾਸਟਰਕਚਰ ਵੀ ਵਧੇ। ਸ਼ਹਿਰਾਂ 'ਚ ਅਸੀਂ ਦੇਖਦੇ ਹਾਂ ਵੱਡੇ ਵੱਡੇ ਹਾਈਵੇ ਬਣ ਰਹੇ ਨੇ, ਵੱਡੀਆਂ ਵੱਡੀਆਂ ਸੜਕਾਂ ਬਣ ਰਹੀਆਂ ਹੈ। ਸ਼ਹਿਰਾਂ ਦੀ ਜਿਹੜੀ ਜਿਹਨੂੰ ਕਹਿ ਲਓ ਕਿ ਜੀਵਨ ਹੈ ਉਹ ਉੱਚਾ ਚੁੱਕਿਆ ਜਾ ਰਿਹਾ ਹੈ, ਲੇਕਿਨ ਪਿੰਡਾਂ 'ਚ ਹੱਲੇ ਵੀ ਉਹ ਸਾਰੀਆਂ ਫੈਸਿਲਿਟੀਜ਼ ਨਹੀਂ ਮਿਲ ਰਹੀਆਂ। ਸੋ ਇਸ ਕਰਕੇ ਪਿੰਡਾਂ ਦੇ ਅੰਦਰ ਵੀ ਪੱਕੀਆਂ ਸੜਕਾਂ ਬਣਨ, ਪਿੰਡਾਂ ਦੇ ਅੰਦਰ ਵੀ ਪੀਣ ਦਾ ਪਾਣੀ ਸਾਫ਼ ਹਰ ਘਰ ਨੂੰ ਟੈਪ ਦੇ ਮਾਧਿਅਮ ਨਾਲ ਮੁਹੱਈਆ ਹੋਵੇ, ਪਿੰਡਾਂ ਦੇ ਅੰਦਰ ਵੀ ਅੱਛੇ ਕਮਿਊਨਿਟੀ ਸੈਂਟਰ ਬਣਨ ਜਿਹਦੇ ਸਭ ਪ੍ਰਕਾਰ ਦੀਆਂ ਸੁਵਿਧਾਵਾਂ ਹੋਣ, ਪਿੰਡਾਂ ਨੂੰ ਵੀ ਅਸੀਂ ਵਾਈਫਾਈ ਨਾਲ, ਕੇਬਲ ਨੈਟਵਰਕ ਨਾਲ ਜੋੜੀਏ ਤਾਂ ਕਿ ਪ੍ਰੋਪਰ ਕਨੈਕਟੀਵਿਟੀ ਬਣੇ। ਸੋ ਇਹ ਸਾਰੇ ਚੀਜ਼ਾਂ ਨੂੰ ਲੈ ਕੇ ਅਸੀਂ ਆਪਣਾ ਇਹਦਾ ਸੰਕਲਪ ਪੱਤਰ ਲੈ। ਅੱਛਾ, ਪਰ ਇਹ ਦੱਸੋ ਕਿ ਕਰਜ਼ਾ ਮਾਫੀ ਵਾਲੀ ਇਹਦੇ ਵਿੱਚ ਗੱਲ ਆਈ ਹੈ। ਕਰਜ਼ਾ ਮਾਫੀ ਵਾਲੇ ਜਿਹੜੇ ਤੁਹਾਡੇ ਨਵੇਂ ਪਾਰਟਨਰ ਨੇ ਉਹ ਤਾਂ ਪਿਛਲੀ ਵਾਰੀ ਉਸ ਵਿੱਚ ਬੜੀ ਜ਼ਬਰਦਸਤ ਤਰੀਕੇ ਨਾਲ ਉਹ ਮਤਲਬ ਲੋਕਾਂ ਦਾ ਕਹਿਣਾ ਹੈ ਕਿ ਉਹ ਫੇਲ ਹੋ ਗਏ। ਫਿਰ ਇਹ ਵਾਲੀ ਗੱਲ ਉਹੀ ਲੈ ਕੇ ਆਏ ਆ ਕਰਜ਼ ਮਾਫੀ ਵਾਲੀ ਜਿਹੜੀ ਤੁਸੀਂ ਇਨਕਲੂਡ ਕੀਤੀ ਹੈ? ਦੇਖੋ ਭਾਰਤੀ ਜਨਤਾ ਪਾਰਟੀ ਦਾ ਟਰੈਕ ਰਿਕਾਰਡ ਹੈ। ਅਸੀਂ ਜੋ ਸੰਕਲਪ ਪੱਤਰ ਰੱਖਦੇ ਹਾਂ ਸਾਡੇ ਲਈ ਉਹ ਆਰਟੀਕਲ ਆਫ ਫੇਥ ਹੈ। ਚਾਹੇ ਕੇਂਦਰ ਦੀ ਸਰਕਾਰ ਹੋਵੇ ਚਾਹੇ ਸਾਡੀ ਬਾਕੀ ਸੂਬਿਆਂ ਦੀਆਂ ਸਰਕਾਰਾਂ ਹੋਣ, ਅਸੀਂ ਜੋ ਕਿਹਾ ਉਹ ਕੀਤਾ। ਸਾਡੇ ਨਾਲ ਤੇ ਲੜਾਈ ਇਸ ਗੱਲ ਦੀ ਹੁੰਦੀ ਹੈ ਓਪੋਜੀਸ਼ਨ ਪਾਰਟੀਆਂ ਦੀ ਵੀ ਤੁਸੀਂ ਆਹ ਕਰੀ ਕਿਉਂ ਜਾਂਦੇ ਹੋ। ਸੋ ਇਸ ਕਰਕੇ ਅਸੀਂ ਜਿਹੜੀ ਗੱਲ ਕਹਿ ਰਹੇ ਹਾਂ ਆਪਣੇ ਸੰਕਲਪ ਦੇ ਮਾਧਿਅਮ ਨਾਲ, ਉਹ ਸਾਡੀ ਕਮਿਟਮੈਂਟ ਹੈ, ਉਹ ਸਾਡੀ ਪ੍ਰਤੀਬੱਧਤਾ ਹੈ, ਸਾਡਾ ਸੰਕਲਪ ਹੈ ਔਰ ਨਿਸ਼ਚਿਤ ਰੂਪ ਨਾਲ ਪੂਰਾ ਹੋਏਗਾ। ਪਾਣੀਆਂ ਦੀ ਗੱਲ ਕੀਤੀ ਹੋਈ ਹੈ, ਇਹਦੇ ਵਿੱਚ ਸਿੰਚਾਈ ਦੀ ਗੱਲ ਕੀਤੀ ਹੋਈ ਹੈ। ਫਿਰ SYL ਦਾ ਮੁੱਦਾ BJP ਕਦੋਂ ਸੁਲਝਾਏਗੀ? ਦੇਖੋ ਸਾਡਾ ਬਹੁਤ ਇੱਕ ਨਿਸ਼ਚਿਤ ਮਤ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਕਿ ਪੰਜਾਬ ਦੇ ਪਾਣੀਆਂ 'ਤੇ ਪੰਜਾਬ ਦਾ ਹੀ ਹੱਕ ਬਣਦਾ ਹੈ। ਔਰ ਕਿਉਂਕਿ ਇਸ ਵੇਲੇ ਪੰਜਾਬ ਹੋਰ ਜ਼ਿਆਦਾ ਸੰਕਟ ਨਾਲ ਜੂਝ ਰਿਹਾ ਹੈ,
ਪਾਣੀ ਦੇ ਸੰਕਟ ਨਾਲ ਵੀ ਜੂਝ ਰਿਹਾ। ਅਸੀਂ ਦੇਖ ਰਹੇ ਹਾਂ ਕਿ ਜ਼ਮੀਨੀ ਹੇਠਲਾ ਪਾਣੀ ਜਿਹੜਾ ਹੋਰ ਨੀਚੇ ਜਾਈ ਜਾ ਰਿਹਾ ਹੈ। ਸੋ ਐਸੇ ਮੌਕੇ ਤੇ ਪੰਜਾਬ ਦੇ ਪਾਣੀ ਦਾ ਹੱਕ ਪੰਜਾਬ ਨੂੰ ਮਿਲੇ। ਇੱਕ ਇੱਕ ਬੂੰਦ ਜੋ ਪੰਜਾਬ ਦਾ ਪਾਣੀ ਦਾ ਹੱਕ ਹੈ, ਉਹ ਭਾਰਤੀ ਜਨਤਾ ਪਾਰਟੀ ਦੀ ਪ੍ਰਤੀਬੱਧਤਾ ਹੈ ਪੰਜਾਬ ਦੀ ਕਿ ਅਸੀਂ ਲੈ ਕੇ ਰਹਾਂਗੇ। ਆਮ ਆਦਮੀ ਪਾਰਟੀ ਤੇ ਸਾਰੇ ਮਤਲਬ ਉਹਨਾਂ ਦੀ ਫ੍ਰੀਬੀਜ਼ ਨੂੰ ਲੈ ਕੇ ਗੱਲਾਂ ਕਰਦੇ ਸੀ। ਜਿਹੜਾ ਉਹਨਾਂ ਦਾ ਫੋਰਟੇ ਹੈ, ਜਿਹੜਾ ਉਹ ਆਪਣੀ ਉਂਗਲੀਆਂ ਤੇ ਰੱਖਦੇ ਹੈ। ਸਕੂਲ ਕਾਲਜ ਇਹ ਸਿੱਖਿਆ ਇਹ ਵੀ ਤੁਸੀਂ ਵੀ ਰੱਖਿਆ ਹੋਇਆ ਹੈ, ਬਿਜਲੀ ਵਾਲੀ ਗੱਲ ਤੁਸੀਂ ਵੀ ਰੱਖ ਦਿੱਤੀ ਹੋਈ ਹੈ। ਲੱਗਦਾ ਹੈ ਕਿ ਇਹ ਬੰਦੇ ਇਹ ਜਿਹੜੇ ਮੁੱਦੇ ਹੈ ਲੋਕਾਂ 'ਚ ਅਪੀਲ ਕਰ ਰਹੇ ਹੈ, ਤਾਂ ਵੀ ਤੁਹਾਨੂੰ ਵੀ ਇਹ ਇਨਕਲੂਡ ਤੁਸੀਂ ਕਰ ਲਏ ਗੱਲਾਂ? ਨਹੀਂ, ਤੁਸੀਂ ਦੇਖੋ ਇਹ ਸਾਡੀ ਪ੍ਰਤੀਬੱਧਤਾ ਤੇ ਬਹੁਤ ਪਹਿਲਾਂ ਤੋਂ ਹੈ। ਕਿਸਾਨ ਦੇ ਖਾਤੇ 'ਚ 6000 ਰੁਪਇਆ ਪਾਣਾ ਇਹ ਕਿਸੇ ਹੋਰ ਪਾਰਟੀ ਨੇ ਨਹੀਂ ਕੀਤਾ, ਅਸੀਂ ਕੀਤਾ ਹੈ। ਮਹਿਲਾਵਾਂ ਨੂੰ ਫ੍ਰੀ ਸਿਲੰਡਰ ਦੇਣਾ, ਹਰ ਘਰ 'ਚ ਫ੍ਰੀ ਟਾਇਲਟ ਬਣਾ ਕੇ ਦੇਣਾ, ਗਰੀਬ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੱਕੀ ਛੱਤ ਦੇਣਾ, ਇਹ ਸਾਰਾ ਕੁਝ ਅਸੀਂ ਆਲਰੇਡੀ ਕਰ ਰਹੇ ਹਾਂ। ਸਾਡੀ ਕੇਂਦਰ ਦੀ ਸਰਕਾਰ, ਮੋਦੀ ਜੀ ਦੀ ਸਰਕਾਰ, ਸਾਡੀ ਜਿਹੜੀ ਫਿਲਾਸਫੀ ਹੈ ਉਹ ਫਿਲਾਸਫੀ ਹੈ ਕਿ ਜੋ ਆਖਰੀ ਵਿਅਕਤੀ ਹੈ ਦੇਸ਼ ਦੇ ਅੰਦਰ, ਜੋ ਸਭ ਤੋਂ ਗਰੀਬ ਹੈ, ਉਹਦਾ ਜੀਵਨ ਸਤਰ ਕਿਵੇਂ ਸੁਧਰੇ, ਸਾਡੀਆਂ ਸਾਰੀਆਂ ਯੋਜਨਾਵਾਂ ਦਾ ਕੇਂਦਰ ਬਿੰਦੂ ਹੋਇਆ। ਤੁਸੀਂ ਦੇਖੋ ਕਦੀ ਗਰੀਬਾਂ ਨੂੰ ਬੈਂਕਾਂ ਦੇ ਦਰਵਾਜ਼ੇ ਬੰਦ ਹੁੰਦੇ ਸੀ, ਮੋਦੀ ਜੀ ਨੇ ਬੈਂਕਾਂ ਦੇ ਦਰਵਾਜ਼ੇ ਖੋਲ੍ਹੇ। ਅੱਜ ਲਗਭਗ 40 ਕਰੋੜ ਜਨਧਨ ਖਾਤੇ ਹਿੰਦੁਸਤਾਨ 'ਚ ਅਸੀਂ ਖੋਲ੍ਹੇ ਆ ਗਰੀਬ ਆਦਮੀ ਦੇ। ਉਹਨਾਂ ਜਨਧਨ ਖਾਤਿਆਂ ਨੂੰ ਅਸੀਂ ਜੋੜਿਆ, ਆਧਾਰ ਕਾਰਡ ਨਾਲ ਲਿੰਕ ਕੀਤਾ, ਔਰ ਜਿਹੜੀਆਂ ਸਬਸਿਡੀਜ਼ ਨੇ, ਜਿਹੜੀਆਂ ਕਦੀ ਰਾਜੀਵ ਗਾਂਧੀ ਜੀ ਕਹਿੰਦੇ ਸੀ ਮੈਂ 100 ਰੁਪਇਆ ਭੇਜਦਾ ਤੇ 15 ਪੈਸੇ ਪਹੁੰਚਦੇ ਆ, 1 ਰੁਪਇਆ ਭੇਜਦਾ ਤੇ 15 ਪੈਸੇ ਪਹੁੰਚਦੇ ਆ। ਅੱਜ ਮੋਦੀ ਜੀ ਬਟਨ ਦਾ ਕਲਿੱਕ ਕਰਦੇ ਆ, ਪੂਰਾ ਪੈਸਾ ਗਰੀਬ ਦੇ ਖਾਤੇ 'ਚ ਆ ਰਿਹਾ ਹੈ। ਗਰੀਬਾਂ ਦਾ ਕਲਿਆਣ ਕਰਨਾ, ਕਲਿਆਣਕਾਰੀ ਯੋਜਨਾਵਾਂ ਲੈ ਕੇ ਆਉਣਾ, ਇਹ ਸਾਡਾ ਸੰਕਲਪ ਹੈ, ਸਾਡਾ ਪੁਰਾਣਾ ਕੰਮ ਹੈ। ਇਸ ਲਈ ਸਾਨੂੰ ਕਿਸੇ ਤੋਂ ਉਹ ਲੈਣ ਦੀ ਲੋੜ ਨਹੀਂ ਹੈ। ਮੋਦੀ ਜੀ ਅੱਜ ਵਰਚੁਅਲ ਰੈਲੀ ਕਰ ਰਹੇ ਹੈ ਕਿ ਮਤਲਬ ਇਹਦੇ ਵਿੱਚ ਗੱਲ ਕੀ ਹੋਈ ਕਿ ਪਿਛਲੀ ਵਾਰੀ ਰੈਲੀ ਵਿੱਚ ਕਾਫੀ ਕੰਟਰੋਵਰਸੀ ਹੋ ਗਈ, ਵਾਦ ਵਿਵਾਦ ਹੋਇਆ। ਇਹਨਾਂ ਸਾਰੀਆਂ ਗੱਲਾਂ ਤੋਂ ਬਚਣ ਵਾਸਤੇ ਕੀ ਵਰਚੁਅਲ ਰੈਲੀ ਅਪਣਾਈ ਗਈ ਹੈ, ਇਹ ਰਸਤਾ ਅਪਣਾਇਆ ਗਿਆ ਹੈ ਕੰਟੈਕਟ ਕਰਨ ਵਾਸਤੇ ਲੋਕਾਂ ਨੂੰ? ਨਹੀਂ, ਬਿਲਕੁਲ ਨਹੀਂ ਹੈ। ਜਿਸ ਪ੍ਰਕਾਰ ਨਾਲ ਇਲੈਕਸ਼ਨ ਕਮਿਸ਼ਨ ਨੇ ਰੋਕ ਲਾਈ ਹੋਈ ਸੀਗੀ ਕਿ 1000 ਤੋਂ ਜ਼ਿਆਦਾ ਸੰਖਿਆ ਨਹੀਂ ਇਕੱਠੀ ਹੋ ਸਕਦੀ ਇੱਕ ਜਗ੍ਹਾ ਤੇ, ਹਾਲਾਂਕਿ ਉਹ ਰੋਕ ਪਰਸੋਂ ਹਟੀ ਹੈ। ਇਹ ਰੈਲੀ ਤੋਂ ਪਹਿਲਾਂ ਤੈਅ ਹੋ ਗਈ ਸੀ। ਉਸ ਨੂੰ ਧਿਆਨ 'ਚ ਰੱਖਦਿਆਂ ਪ੍ਰਧਾਨ ਮੰਤਰੀ ਜੀ ਨੇ ਦੇਸ਼ ਭਰ ਦੇ ਅੰਦਰ, ਉੱਤਰ ਪ੍ਰਦੇਸ਼ 'ਚ ਵੀ, ਉੱਤਰਾਂਚਲ 'ਚ ਵੀ, ਗੋਆ 'ਚ ਵੀ, ਪੰਜਾਬ 'ਚ ਵੀ ਇਹ ਤੈਅ ਕੀਤਾ ਕਿਉਂਕਿ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਹਾਂ ਤੇ ਜੋ ਨਿਯਮ ਲਾਗੂ ਹੋਏ ਨੇ, ਅਗਰ ਮੇਰੇ ਜਾਣ ਨਾਲ ਉਹ ਨਿਯਮਾਂ ਨੂੰ ਟੁੱਟਦੇ ਆ ਤੇ ਮੈਂ ਨਹੀਂ ਜਾਵਾਂਗਾ, ਮੈਂ ਵਰਚੁਅਲੀ ਐਡਰੈਸ ਕਰਾਂਗਾ। ਇਸ ਕਰਕੇ ਪ੍ਰਧਾਨ ਮੰਤਰੀ ਜੀ ਅੱਜ ਵਰਚੁਅਲੀ ਐਡਰੈਸ ਕਰ ਰਹੇ ਨੇ। ਸਾਡੇ 2 ਪਾਰਲੀਮੈਂਟ ਹਲਕਿਆਂ ਦੇ 18 ਵਿਧਾਨ ਸਭਾ ਖੇਤਰਾਂ ਦੇ ਅੰਦਰ 50 ਤੋਂ ਵੱਧ ਜਗ੍ਹਾ ਤੇ ਸਕਰੀਨ ਲਗਾ ਕੇ 1,000 ਲੋਕ ਬੈਠ ਕੇ ਉਹਨਾਂ ਨੂੰ ਸੁਣਨਗੇ, ਔਰ ਲੱਖਾਂ ਲੋਕ ਸੋਸ਼ਲ ਮੀਡੀਆ, YouTube ਦੇ ਮਾਧਿਅਮ ਨਾਲ ਸੁਣਨਗੇ। ਲੇਕਿਨ ਕਿਉਂਕਿ ਹੁਣ ਰਿਸਟ੍ਰਿਕਸ਼ਨਸ ਹਟ ਗਈਆਂ ਤੇ ਪ੍ਰਧਾਨ ਮੰਤਰੀ ਜੀ ਅਗਲੇ ਦਿਨਾਂ 'ਚ ਤੁਸੀਂ ਦੇਖੋਗੇ, ਇੱਕ ਹਫ਼ਤੇ 'ਚ ਪ੍ਰਧਾਨ ਮੰਤਰੀ ਜੀ ਦਾ ਪੰਜਾਬ ਦਾ ਦੌਰਾ ਹੋਏਗਾ। ਪ੍ਰਧਾਨ ਮੰਤਰੀ ਜੀ ਪੰਜਾਬ 'ਚ ਰੈਲੀਆਂ ਕਰਨਗੇ, ਪੰਜਾਬੀਆਂ ਨੂੰ ਮਿਲਣਗੇ। ਪੰਜਾਬੀ ਅੱਖਾਂ ਵਿਛਾ ਕੇ ਆਪਣੇ ਪ੍ਰਧਾਨ ਮੰਤਰੀ ਦਾ, ਆਪਣੇ ਲੋਕਪ੍ਰਿਯ ਨੇਤਾ ਦਾ ਸਵਾਗਤ ਕਰਨ ਲਈ ਤਿਆਰ ਨੇ। ਲਾਸਟ ਕੁਐਸਚਨ ਹੈ ਕਿ ਜਿਵੇਂ ਤੁਸੀਂ ਘੁੰਮ ਰਹੇ ਹੋ, ਰੈਲੀਆਂ ਤੁਹਾਡੇ ਕੇਂਦਰੀ ਮੰਤਰੀ ਵੀ ਕਰ ਰਹੇ, ਤੁਸੀਂ ਵੀ ਲੱਗੇ ਹੋਏ ਸੰਗਠਨ ਵਿੱਚ ਸਾਰੇ, ਬੀਜੇਪੀ ਨੂੰ ਇਸ ਦਾ ਕੁਝ ਫਾਇਦਾ, ਕੋਈ ਗੇਨ ਨਜ਼ਰ ਆ ਰਿਹਾ ਗਰਾਊਂਡ 'ਤੇ? ਔਰ ਨਾਲ ਦੀ ਨਾਲ ਕੀ ਤੁਹਾਡੇ ਜਿਹੜੇ ਸਹਿਯੋਗੀ ਹੈ, ਜਿਸ ਹਿਸਾਬ ਨਾਲ ਤੁਸੀਂ ਲੱਗੇ ਹੋਏ, ਉਵੇਂ ਤੁਹਾਨੂੰ ਕੰਪਲੀਮੈਂਟ ਕਰ ਰਹੇ ਹੈ ਜਾਂ ਤੁਹਾਨੂੰ ਨੁਕਸਾਨ ਹੀ ਹੋ ਰਿਹਾ? ਨਹੀਂ, ਬਿਲਕੁਲ ਫਾਇਦਾ ਹੋ ਰਿਹਾ ਜੀ। ਨੁਕਸਾਨ ਕਿਉਂ ਹੋ ਰਿਹਾ? ਕੈਪਟਨ ਸਾਹਿਬ ਦੀ ਇੱਕ ਛਵੀ ਹੈ, ਕੈਪਟਨ ਸਾਹਿਬ ਦੀ ਇੱਕ ਇਮੇਜ ਹੈ, ਇੱਕ ਨੈਸ਼ਨਲਿਸਟ ਲੀਡਰ ਦੀ। ਕੈਪਟਨ ਸਾਹਿਬ ਦੀ ਇੱਕ ਇਮੇਜ ਹੈ ਪੰਜਾਬ ਦੇ ਰਾਖੇ ਦੀ, ਪੰਜਾਬ ਦੇ ਹਿੱਤਾਂ ਦੇ ਰਾਖੇ ਦੀ। ਚਾਹੇ ਉਹ ਪੰਜਾਬ ਦੇ ਪਾਣੀਆਂ ਦੀ ਗੱਲ ਹੋਏਗੀ, ਕਈ ਸਾਰੇ ਮੁੱਦਿਆਂ ਦੇ ਕੈਪਟਨ ਸਾਹਿਬ ਖੜੇ ਹੋਏ, ਪਾਰਟੀ ਦੀ ਲਾਈਨ ਤੋਂ ਉੱਪਰ ਖੜੇ ਹੋਏ। ਸੋ ਕੈਪਟਨ ਸਾਹਿਬ ਦੀ ਉਸ ਇਮੇਜ ਦਾ ਸਾਨੂੰ ਬਹੁਤ ਲਾਭ ਹੋ ਰਿਹਾ। ਇਸੇ ਤਰ੍ਹਾਂ ਢੀਂਡਸਾ ਸਾਹਿਬ ਦੀ ਇੱਕ ਕਮਿਟਮੈਂਟ ਰਹੀ ਹੈ, ਉਹਨਾਂ ਦੀ ਇੱਕ ਛਵੀ ਹੈ। ਜਿਸ ਪ੍ਰਕਾਰ ਪੰਥਕ ਇਸ਼ੂਜ਼ ਨੂੰ ਲੈ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਲਗਾਈ। ਇਸ ਕਰਕੇ ਪੰਜਾਬ ਦੇ ਪਿੰਡਾਂ 'ਚ, ਪੰਜਾਬ ਦੇ ਪੰਥਕ ਜਿਹੜੇ ਏਰੀਏ ਨੇ, ਉੱਥੇ ਉਹਨਾਂ ਦੀ ਬਹੁਤ ਅਪੀਲ ਹੈ, ਸਾਨੂੰ ਉਹਦਾ ਵੀ ਲਾਭ ਮਿਲ ਰਿਹਾ। ਸੋ ਇਹ ਜਿਹੜਾ ਸਾਡਾ ਗੱਠਜੋੜ ਹੈ, ਇੱਕ ਬੜਾ ਵਿਨਿੰਗ ਕੰਬੀਨੇਸ਼ਨ ਬਣਿਆ ਹੈ। ਬੀਜੇਪੀ, ਕੈਪਟਨ ਸਾਹਿਬ ਔਰ ਢੀਂਡਸਾ ਸਾਹਿਬ, ਇਹ ਮਿਲ ਕੇ ਪੰਜਾਬ ਦੇ ਸਭ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਹੈ, ਪੰਜਾਬ ਨੂੰ, ਪੰਜਾਬੀਅਤ ਨੂੰ ਰਿਪਰੈਜ਼ੈਂਟ ਕਰਦੇ ਹੈ। ਔਰ ਤੁਸੀਂ ਦੇਖੋਗੇ ਜਿਹੜਾ ਵਿਨਿੰਗ ਕੰਬੀਨੇਸ਼ਨ ਹੈ, ਇਹ ਵਿਨਿੰਗ ਕੰਬੀਨੇਸ਼ਨ ਦੇ ਕਰਕੇ ਸਾਨੂੰ ਇੰਨਾ ਜ਼ਬਰਦਸਤ ਰਿਸਪੌਂਸ ਮਿਲ ਰਿਹਾ। ਤੁਸੀਂ ਦੇਖੋ ਰੋਜ਼ ਲੋਕ ਪਾਰਟੀ ਸ਼ਾਮਿਲ ਹੋ ਰਹੇ ਆ। ਜਦੋਂ 15 ਦਿਨ ਪਹਿਲਾਂ ਲੋਕ ਪਾਰਟੀ ਸ਼ਾਮਿਲ ਹੁੰਦੇ ਸੀ, ਤੁਸੀਂ ਸਭ ਸਾਨੂੰ ਸਵਾਲ ਪੁੱਛਦੇ ਸੀ ਕਿ ਟਿਕਟਾਂ ਲੈਣ ਲਈ ਬੀਜੇਪੀ 'ਚ ਆ ਰਹੇ ਆ। ਹੁਣ ਤੇ ਟਿਕਟਾਂ ਵੀ ਖਤਮ ਹੋ ਗਈਆਂ। ਉਹਦੇ ਬਾਵਜੂਦ ਤੁਸੀਂ ਦੇਖੋ ਕੱਲ 2 ਵੱਡੇ ਸਿਨੇ ਦਿਗਗਜ ਮਾਹੀ ਗਿੱਲ ਤੇ ਹੌਬੀ ਧਾਲੀਵਾਲ ਸ਼ਾਮਿਲ ਹੋਏ। ਸ਼ਾਮ ਹੁੰਦਿਆਂ ਦਮਨ ਬਾਜਵਾ, ਅਮਰਜੀਤ ਸਿੰਘ ਟਿੱਕਾ ਸਾਹਿਬ, ਬਾਦਲ ਸਾਹਿਬ, ਗੁਰਦੇਵ ਬਾਦਲ ਜੀ ਦੇ ਪੋਤਰੇ, ਇਹ ਸਭ ਲੋਕ ਕਿਉਂ ਬੀਜੇਪੀ 'ਚ ਆ ਰਹੇ ਨੇ? ਕਿਉਂਕਿ ਉਹ ਦੇਖ ਰਹੇ ਨੇ ਕਿ ਪੰਜਾਬ ਦੀ ਜਨਤਾ ਦਾ ਰੁਝਾਨ ਤੇਜ਼ੀ ਨਾਲ ਬੀਜੇਪੀ ਵੱਲ ਵੱਧ ਰਿਹਾ ਹੈ ਔਰ ਬੀਜੇਪੀ ਸਰਕਾਰ ਬਣਾ ਰਹੀ ਹੈ। ਚਲੋ, ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਦੇ ਲਈ। ਸੋ ਸੁਭਾਸ਼ ਸ਼ਰਮਾ ਹੋਣਾ ਨੂੰ ਉਮੀਦ ਹੈ ਕਿ ਬੀਜੇਪੀ ਲਈ ਗੇਨ ਹੋਏਗਾ ਪੰਜਾਬ ਵਿੱਚ। ਬੀਜੇਪੀ ਦਾ ਗੱਠਜੋੜ ਹੈ, ਉਹ ਪੰਜਾਬ ਵਿੱਚ ਵਧੀਆ ਨਤੀਜੇ ਲੈ ਕੇ ਆਏਗਾ। ਕੈਮਰਾਮੈਨ ਜਸ਼ਨ ਦੇ ਨਾਲ ਸ਼ਰਮਿਤ, ਜਗਬਾਣੀ TV, ਚੰਡੀਗੜ੍ਹ।